कि ਜਿਹੜੇ ਲੋਕ ਮਿਊਨਿਸਪਲ ਲੈਵਲ ਦੇ ਉੱਤੇ ਚੁਣੇ ਜਾਂਦੇ ਹੈ ਉਹ ਇਸ ਕਰਕੇ ਖਾਸ ਵਜ੍ਹਾ ਹੁੰਦੀ ਹੈ ਕਿ ਉਹ ਲੋਕਾਂ ਦੀ ਆਪਣੀ ਸਾਖ, ਆਪਣਾ ਅਸਰ ਰਸੂਖ, ਆਪਣੀ ਇਮੇਜ ਉਹ ਬਹੁਤ ਕੰਮ ਕਰਦੀ ਹੈ। ਪਾਰਟੀਆਂ ਦੇ ਸਿਰ ਤੇ ਜਿੱਤਣਾ ਇਹ ਵੀ ਆਪਣੇ ਆਪ 'ਚ ਵੱਡੀ ਪ੍ਰਾਪਤੀ ਹੈ, ਕੋਈ ਸ਼ੱਕ ਨਹੀਂ, ਲੇਕਿਨ ਆਪਣੇ ਬਲਬੂਤੇ ਤੇ ਕਿਸੇ ਸਿਟੀ ਦੇ ਵਿੱਚ ਮੇਅਰ ਚੁਣੇ ਜਾਣਾ, ਕਿਸੇ ਸਿਟੀ 'ਚ ਕਾਉਂਸਲਰ ਚੁਣੇ ਜਾਣਾ, ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਉਸ ਵਿਅਕਤੀ ਨੂੰ ਆਪਣੀ ਕਮਿਊਨਿਟੀ ਨਹੀਂ, ਹਰ ਇੱਕ ਕਮਿਊਨਿਟੀ ਦੇ ਲੋਕ ਜਿਹੜੇ ਹੈ ਉਹ ਪਸੰਦ ਕਰਦੇ ਹੈ। ਤੋ ਅਮਰਜੀਤ ਸਿੰਘ ਸੋਹੀ ਹੋਰਾਂ ਨੇ ਉਹ ਇੱਕ ਮਿਸਾਲ ਕਾਇਮ ਕੀਤੀ ਹੈ ਕੈਨੇਡਾ ਦੇ ਵਿੱਚ, ਐਡੇ ਵੱਡੇ ਸ਼ਹਿਰ ਦੇ ਮੇਅਰ ਚੁਣੇ ਜਾਣਾ। ਹਾਲਾਂਕਿ ਉੱਥੋਂ ਦੇ ਕੋਈ ਨਵੇਂ ਲੀਡਰ ਨਹੀਂ ਹੈ ਮਿਊਨਿਸਪਲ ਲੈਵਲ ਤੇ, ਇਹਨਾਂ ਨੇ ਪਹਿਲਾਂ ਬੜੇ ਸਾਲ ਉੱਥੇ ਸਿਟੀ ਕਾਉਂਸਲਰ ਵਜੋਂ ਕੰਮ ਕੀਤਾ, ਬਾਰ-ਬਾਰ ਚੁਣੇ ਜਾਂਦੇ ਰਹੇ, ਫਿਰ ਫੈਡਰਲ ਪੋਲਿਟਿਕਸ 'ਚ ਆਏ, ਉੱਥੇ ਵੀ ਬੜਾ ਅੱਛਾ ਕੰਮ ਕੀਤਾ, ਕੈਬਨਿਟ ਮਿਨਿਸਟਰ ਰਹੇ, ਉਹ ਵੀ ਬੜੇ ਇੰਪੋਰਟੈਂਟ ਮੰਤਰਾਲੇ ਰਹੇ ਇਹਨਾਂ ਕੋਲ। ਲੇਕਿਨ ਵਾਪਸ ਦੁਬਾਰਾ ਸਿਟੀ ਜਦੋਂ ਗਏ ਹੈ ਤੇ ਇਹਨਾਂ ਨੇ ਮੁੜ ਤੋਂ ਉਹ ਜਿਹੜਾ ਕੀਤਾ ਹੋਇਆ ਇਹਨਾਂ ਦਾ ਕੰਮ ਸੀ, ਜਿਹੜੀ ਇਹਨਾਂ ਦੀ ਸਾਖ ਸੀ, ਸ਼ਾਇਦ ਉਹੀ ਕਾਰਨ ਸੀ ਕਿ ਇੰਨੇ ਕੰਪੀਟੀਟਿਵ ਮੁਕਾਬਲੇ ਦੇ ਵਿੱਚ ਇਹਨਾਂ ਨੇ ਮੇਅਰ ਦੀ ਜਿਹੜੀ ਇਹ ਰੇਸ ਹੈ, ਜਿਹੜਾ ਇਹ ਇਲੈਕਸ਼ਨ ਉਹ ਜਿੱਤ ਲਿਆ। ਜਿੱਦਾਂ ਹੀ ਕੱਲ੍ਹ ਇਹ ਰਿਜ਼ਲਟ ਆਇਆ, ਹਜੇ ਆਇਆ ਵੀ ਨਹੀਂ ਸੀ ਤੇ ਸਾਰੇ ਪਾਸੇ ਖੁਸ਼ੀਆਂ ਦੌੜ ਗਈਆਂ। ਮੈਂ ਵੀ ਇਮੀਡੀਏਟਲੀ ਜਦੋਂ ਇੰਡੀਆ ਇਨਫੋਰਮ ਕੀਤਾ ਆਪਣੇ ਪੱਤਰਕਾਰ ਦੋਸਤਾਂ ਨੂੰ, ਉਹ ਕਹਿੰਦੇ ਜੀ ਫਟਾਫਟ ਸਾਨੂੰ ਖਬਰ ਭੇਜੋ। ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਖਾਸ ਤੌਰ ਤੇ ਬੜੀ ਚਰਚਾ ਰਾਤ ਦੀ ਹੋ ਰਹੀ ਹੈ, ਤੁਸੀਂ ਦੇਖ ਹੀ ਰਹੇ ਹੋ। ਤੇ ਮੇਰੇ ਨਾਲ ਜੁੜੇ ਹੈ ਇਸ ਵੇਲੇ ਖੁਦ ਅਮਰਜੀਤ ਸਿੰਘ ਸੋਹੀ ਸਾਹਿਬ ਐਡਮਿੰਟਨ ਤੋਂ। ਅਮਰਜੀਤ ਜੀ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੇ ਤੁਹਾਡੇ ਸਾਰੇ ਹੀ ਲਿਸਨਰਸ ਦਾ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਕਿ ਮੈਂ ਤੁਹਾਡੇ ਨਾਲ ਤੁਹਾਡੇ ਗੱਲ ਕਰ ਸਕਾਂ ਤੇ ਸਾਰਿਆਂ ਦਾ ਧੰਨਵਾਦ ਕਰ ਸਕਾਂ ਕਿ ਬਹੁਤ ਲੋਕਾਂ ਨੇ ਇਸ ਇਲੈਕਸ਼ਨ ਦੇ ਵਿੱਚ ਆਪਣੀ ਹੈਲਪ ਕੀਤੀ ਆ। ਭਾਵੇਂ ਉਹ ਐਡਮਿੰਟਨ ਦੇ ਵਿੱਚ ਨਹੀਂ ਵੀ ਸੀ ਰਹਿੰਦੇ, ਪਰ ਫਿਰ ਵੀ ਬਾਹਰੋਂ ਸਾਡੇ ਦੋਸਤਾਂ ਨੇ, ਸਾਡੇ ਮਿੱਤਰਾਂ ਨੇ ਕੈਨੇਡਾ ਦੇ ਵਿੱਚੋਂ, ਨਾਰਥ ਅਮਰੀਕਾ ਦੇ ਵਿੱਚੋਂ ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ ਨੂੰ ਇੱਥੇ ਫੋਨ ਕਰਕੇ ਕਿਹਾ ਸਪੋਰਟ ਕਰਨ ਲਈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਮੇਰੀ ਗੱਲਬਾਤ ਹੁੰਦੀ ਰਹੀ ਤੁਹਾਡੇ ਉੱਥੇ ਆਪਣੇ ਭਾਈਚਾਰੇ ਦੇ ਪੱਤਰਕਾਰਾਂ ਨਾਲ, ਉਹ ਮੈਨੂੰ ਦੱਸਦੇ ਰਹਿੰਦੇ ਸੀ ਕਿ ਤੁਸੀਂ ਅੱਗੇ ਉਹ ਲੀਡ ਲੈ ਰਹੇ ਹੋ ਔਰ ਤੁਹਾਡੀ ਜਿੱਤਣ ਦੀ ਸੰਭਾਵਨਾ ਹੈ। ਲੇਕਿਨ ਕਹਿੰਦੇ ਨਾ ਇਲੈਕਸ਼ਨ ਹੈ, ਜਦ ਤੱਕ ਰਿਜ਼ਲਟ ਆ ਨਾ ਜਾਵੇ ਆਖਰੀ ਪਲ ਤੱਕ। ਤੋ ਐਂਡ ਆਫ ਦਾ ਡੇ ਤੁਹਾਡਾ ਜਿਹੜਾ ਕੀਤਾ ਹੋਇਆ ਕੰਮ ਹੈ ਐਜ਼ ਸਿਟੀ ਕਾਉਂਸਲਰ, ਤੁਹਾਨੂੰ ਲੱਗਦਾ ਹੈ ਕਿ ਜੋ ਤੁਸੀਂ ਉਸ ਸ਼ਹਿਰ ਨੂੰ ਇੰਨੇ ਨੇੜਿਓਂ ਜਾਣਦੇ ਹੋ, ਇੰਨਾ ਕੰਮ ਕੀਤਾ ਉਸ ਸ਼ਹਿਰ ਦੇ ਵਿੱਚ ਰਹਿ ਕੇ, ਪਹਿਲਾਂ ਮਿਊਨਿਸਪਲ ਲੈਵਲ ਤੇ ਰਹਿ ਕੇ, ਫਿਰ ਫੈਡਰਲ ਲੈਵਲ ਤੇ ਰਹਿ ਕੇ, ਉਹ ਸਾਰਾ ਕੰਮ ਲੋਕਾਂ ਨੇ ਦੇਖਿਆ? ਦੇਖੋ ਜੀ, ਮੈਂ 40 ਸਾਲ ਤੋਂ ਐਡਮਿੰਟਨ ਦੇ ਵਿੱਚ ਰਹਿ ਰਿਹਾ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿੱਦਾਂ ਦੀ ਕਨੈਕਸ਼ਨ ਤੇ ਜਿੱਦਾਂ ਦਾ ਕੰਮ ਮੈਂ ਐਡਮਿੰਟਨ ਵਾਸਤੇ ਕਰ ਸਕਿਆ, ਸਾਡੇ ਸਾਰੇ ਕਮਿਊਨਿਟੀ ਵਾਸਤੇ ਸਾਂਝੇ ਤੌਰ ਤੇ ਕਰ ਸਕਿਆ, ਉਹ ਉਸ ਗੱਲ ਦੀ ਅੱਜ ਨਤੀਜੇ ਨੂੰ ਐਬਸੋਲੂਟਲੀ ਫਰਕ ਪਿਆ। ਕਿਉਂਕਿ ਇਹ ਜ਼ਰੂਰੀ ਹੁੰਦਾ ਕਿ ਤੁਸੀਂ ਲੋਕਾਂ ਦੇ ਨਾਲ ਜੁੜੇ ਰਹੋ, ਲੋਕਾਂ ਦੀਆਂ ਸਮੱਸਿਆਵਾਂ ਤੁਹਾਨੂੰ ਪਤਾ ਲੱਗਦਾ ਰਹੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਰਹੋ। ਤੇ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਸਕਸੈਸਫੁਲ ਵੀ ਹੋਏ ਹਾਂ ਤੇ ਲੋਕਾਂ ਨੇ ਮਾਣ ਦਿੱਤਾ ਤੇ ਅੱਜ ਫੇਰ ਉਹ ਮਾਣ ਦੁਬਾਰਾ ਮਿਲਿਆ ਕਿ ਅਸੀਂ ਮੇਅਰ ਦੇ ਤੌਰ ਤੇ ਆਪਣੇ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਵਾਸਤੇ ਕੰਮ ਕਰ ਸਕੀਏ। ਜੀ ਅਮਰਜੀਤ ਜੀ, ਨੋ ਡਾਊਟ ਤੁਸੀਂ ਮੇਅਰ ਸਾਰੇ ਐਡਮਿੰਟਨ ਦੇ ਹੋ, ਪਰ ਜਿਹੜੀ ਖੁਸ਼ੀ ਆਪਣੇ ਭਾਈਚਾਰੇ 'ਚ ਹੋ ਰਹੀ ਹੈ ਔਰ ਇਹ ਵੀ ਖੁਸ਼ੀ ਹੈ ਕਿ ਤੁਹਾਡੇ ਨਾਲ ਹੋਰ ਵੀ ਕਾਉਂਸਲਰ ਜਿੱਤੇ ਆਪਣੇ ਭਾਈਚਾਰੇ ਦੇ, ਔਰ ਉਧਰ ਜੋਤੀ ਹੋਰੀ ਜਿੱਤੇ ਆ ਕੈਲਗਰੀ ਤੋਂ, ਇਹ ਵੀ ਇੱਕ ਨਵੀਂ ਪਿਰਤ ਪਾਈ ਗਈ ਹੈ। ਤਾਂ ਦੋ ਵੱਡੇ ਸ਼ਹਿਰ ਤੁਹਾਡੇ ਅਲਬਰਟਾ ਦੇ, ਦੋਨਾਂ ਦੇ ਜਿਹੜੇ ਮੇਅਰ ਉਹ ਆਪਣੀ ਕਮਿਊਨਿਟੀ ਤੋਂ ਹੋਣਗੇ। ਤਾਂ ਇਹ ਮੇਰੇ ਖਿਆਲ ਜਿਹੜੀ ਆਪਣੀ ਕਮਿਊਨਿਟੀ ਦੀ ਜਿਹੜੀ ਮਿਹਨਤ ਹੈ ਰਾਜਨੀਤੀ 'ਚ, ਆਪਾਂ ਜੋ ਇੱਥੇ ਆ ਕੇ ਇੰਨੇ ਸਾਲਾਂ ਤੋਂ ਸੰਘਰਸ਼ ਕੀਤਾ, ਉਹ ਵੀ ਸਮਾਂ ਸੀ ਆਪਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ। ਅੱਜ ਆਪਾਂ ਇਹ ਜਿਹੜੇ ਵੱਡੀਆਂ ਸਿਟੀਜ਼ ਦੇ ਮੇਅਰ ਬਣ ਰਹੇ ਹਾਂ, ਕੌਂਸਲ 'ਚ ਇੰਨਾ ਵਧੀਆ ਆਪਣਾ ਮਾਨ ਸਨਮਾਨ ਹੋ ਰਿਹਾ। ਦੇਖੋ ਜੀ, ਡਾਇਵਰਸਿਟੀ ਦੇ ਵਿੱਚ ਯਕੀਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸਾਡਾ ਸ਼ਹਿਰ, ਸਾਡਾ ਕੰਟਰੀ ਇੱਦਾਂ ਦਾ ਲੱਗੇ ਵੀ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਇੱਕ ਦੂਜੇ ਦੀ ਝਲਕ ਮਿਲੇ ਤੇ ਨਾਲ ਇਹ ਵੀ ਹੋਵੇ ਕਿ ਡਾਇਵਰਸਿਟੀ ਉਹ ਇਕੱਲੇ ਰੰਗ ਦੀ ਡਾਇਵਰਸਿਟੀ ਨਹੀਂ ਹੁੰਦੀ। ਡਾਇਵਰਸਿਟੀ ਦਾ ਮਤਲਬ ਹੁੰਦਾ ਕਿ ਤੁਹਾਡੇ ਜਿਹੜੇ ਵੱਖਰੇ ਵੱਖਰੇ ਵਿਅਕਤੀਗਤ ਤਜਰਬੇ ਹੈਗੇ ਆ ਉਹ ਤੁਹਾਨੂੰ ਕਿਵੇਂ ਇਨਫੋਰਮ ਕਰਦੇ, ਤੁਹਾਡੀ ਪਾਲਿਸੀ ਨੂੰ ਕਿਵੇਂ ਇਨਫੋਰਮ ਕਰਦੇ ਆ। ਸੋ ਬਹੁਤ ਜ਼ਰੂਰੀ ਹੁੰਦਾ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ। ਤੇ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਅਲਬਰਟਾ ਦੇ ਦੋ ਵੱਡੇ ਸ਼ਹਿਰ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਡਾਇਵਰਸ ਬੈਕਗਰਾਉਂਡ ਦੇ ਮੇਅਰ ਇਲੈਕਟ ਹੋਏ ਨੇ ਤੇ ਡਾਇਵਰਸ ਬੈਕਗਰਾਉਂਡ ਦੇ ਕਾਉਂਸਲਰਸ ਇਲੈਕਟ ਹੋਏ ਨੇ, ਜਿਹੜੇ ਸਾਂਝੇ ਤੌਰ ਤੇ ਕੰਮ ਕਰਨਗੇ ਸਾਰਿਆਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ। ਠੀਕ ਹੈ ਜੀ। ਔਰ ਤੁਹਾਡੀ ਇੱਕ ਮਿਸਾਲ ਹੈ, ਅਸਲ 'ਚ ਤੁਹਾਡੀ ਜ਼ਿਆਦਾ ਚਰਚਾ ਤਾਂ ਹੋ ਰਹੀ ਹੈ ਕਿਉਂਕਿ ਤੁਸੀਂ ਆ ਕੇ ਉਸ ਉਮਰ 'ਚ ਆਏ ਜਦੋਂ ਬੰਦਾ ਮੈਚੋਰ ਥੋੜ੍ਹਾ ਜਿਹਾ ਹੋ ਚੁੱਕਿਆ ਹੁੰਦਾ ਹੈ, ਇੰਗਲਿਸ਼ ਬੋਲਣੀ, ਕਮਿਊਨੀਕੇਸ਼ਨ ਸਕਿੱਲਸ, ਉੱਥੋਂ ਦੇ ਸਿਸਟਮ ਨੂੰ ਆ ਕੇ ਸਮਝਣਾ। ਫਿਰ ਤੁਹਾਡੀ ਬੜੀ ਹੰਬਲ ਬਿਗਨਿੰਗ ਹੋਈ, ਤੁਸੀਂ ਟੈਕਸੀ ਡਰਾਈਵਰ ਵਜੋਂ ਵੀ ਕੰਮ ਕੀਤਾ, ਉਸੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਬੱਸ ਚਲਾਈ, ਟ੍ਰਾਂਜ਼ਿਟ ਡਰਾਈਵਰ ਵਜੋਂ ਕੰਮ ਕੀਤਾ।
ਕਿਹੜੇ ਪੜਾਵਾਂ ਚੋਂ ਗੁਜ਼ਰਦੇ ਤੁਸੀਂ ਪੀਕ ਤੇ ਗਏ, ਇਸ ਮੁਲਕ ਦੇ ਤੁਸੀਂ ਇਨਫਰਾਸਟ੍ਰਕਚਰ ਦੇ ਮਿਨਿਸਟਰ ਵੀ ਬਣੇ, ਨੈਚੁਰਲ ਰਿਸੋਰਸਿਸ ਦੇ ਮਿਨਿਸਟਰ ਵੀ ਬਣੇ, ਔਰ ਉੱਥੇ ਬਸ ਨਹੀਂ, ਹੁਣ ਵਾਪਸ ਸ਼ਹਿਰ 'ਚ ਗਏ ਦੁਬਾਰਾ ਤੇ ਫਿਰ ਜਾ ਕੇ ਉਸ ਸ਼ਹਿਰ ਦੇ ਮੇਅਰ ਬਣੇ ਹੋ। ਇਹ ਕਿਸੇ ਵੀ ਇਮੀਗ੍ਰੈਂਟ ਦੀ ਇਹ ਏਡੀ ਵੱਡੀ ਸਕਸੈਸ ਸਟੋਰੀ ਹੈ ਆਪਣੇ ਆਪ 'ਚ। ਦੇਖੋ ਜੀ, ਜਦੋਂ ਅਸੀਂ ਮਿਹਨਤ ਕਰਦੇ ਹਾਂ ਤੇ ਸਾਨੂੰ ਅੱਗੇ ਵਧਣ ਦੇ ਮੌਕੇ ਮਿਲਦੇ ਨੇ, ਤਾਂ ਅਸੀਂ ਦੂਜੇ ਲੋਕਾਂ ਨੂੰ ਵੀ ਇੰਸਪਾਇਰ ਕਰਦੇ ਹਾਂ ਕਿ ਉਹ ਤੁਹਾਡੇ ਵੱਲ ਦੇਖ ਸਕਣ ਤੇ ਤੁਹਾਡੇ ਤੋਂ ਸਿੱਖ ਸਕਣ ਤੇ ਤੁਹਾਡੇ ਤੋਂ ਇੰਸਪਾਇਰ ਹੋ ਸਕਣ। ਮੈਂ ਵੀ ਬਹੁਤ ਲੋਕਾਂ ਤੋਂ ਇੰਸਪਾਇਰ ਹੋਇਆ। ਆਮ ਲੋਕ ਹੀ ਸਾਨੂੰ ਇੰਸਪਾਇਰ ਕਰਦੇ ਨੇ। ਹਰ ਵਿਅਕਤੀ ਜੋ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਜੋ ਸਟਰਗਲਸ ਨੇ ਉਹਨਾਂ ਨੂੰ ਓਵਰਕਮ ਕਰ ਰਿਹਾ, ਆਪਣੇ ਤੌਰ ਤੇ ਮਿਹਨਤ ਕਰ ਰਿਹਾ ਤੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ। ਇਹ ਸਾਡੀ ਸਾਂਝੀ ਵਾਲਤਾ ਹੈਗੀ ਹੈ। ਇਹ ਸਾਂਝੀ ਵਾਲਤਾ ਦੇ ਵਿੱਚੋਂ ਅਗਰ ਕੋਈ ਵਿਅਕਤੀ ਉੱਠ ਕੇ ਉੱਪਰ ਆ ਰਿਹਾ, ਠੀਕ ਹੈ, ਉਹ ਵਿਅਕਤੀ ਦਾ ਆਪਣਾ ਯੋਗਦਾਨ ਹੁੰਦਾ, ਪਰ ਉਹਦੇ ਪਿੱਛੇ ਬਹੁਤ ਲੋਕਾਂ ਦਾ ਯੋਗਦਾਨ ਹੁੰਦਾ। ਉਹਦੇ ਪਿੱਛੇ ਪਰਿਵਾਰ ਦਾ, ਉਹਦੇ ਵਿੱਚ ਕਮਿਊਨਿਟੀ ਦਾ, ਦੋਸਤਾਂ ਮਿੱਤਰਾਂ ਦਾ ਯੋਗਦਾਨ ਹੁੰਦਾ। ਕੋਈ ਇਕੱਲਾ ਵਿਅਕਤੀ ਉੱਠ ਕੇ ਕੁਝ ਨਹੀਂ ਕਰ ਸਕਦਾ ਹੁੰਦਾ। ਇਹ ਕਲੈਕਟਿਵ ਐਫਰਟ ਹੁੰਦੀ ਹੈ ਜਿਹਦੇ ਵਿੱਚੋਂ ਕੋਈ ਲੀਡਰ ਪੈਦਾ ਹੁੰਦਾ। ਤੇ ਮੈਂ ਸਮਝਦਾ ਕਿ ਅਗਰ ਮੈਂ ਕਮਿਊਨਿਟੀ ਦੇ ਵਿੱਚ ਉੱਭਰ ਕੇ ਸਾਹਮਣੇ ਆ ਸਕਿਆ ਤੇ ਉਹਦੇ ਪਿੱਛੇ ਬਹੁਤ ਲੋਕੀ ਨੇ, ਬਹੁਤ ਵੱਡੀ ਕਮਿਊਨਿਟੀ ਹੈ ਜਿਨ੍ਹਾਂ ਨੇ ਮੈਨੂੰ ਉੱਚਾ ਚੁੱਕਿਆ ਜੀ। ਇਹ ਤੁਹਾਡੀ ਸ਼ਖਸੀਅਤ ਦਾ ਇੱਕ ਬੜਾ ਵੱਡਾ ਹੋਰ ਪਹਿਲੂ ਹੈ ਜਿਹੜਾ ਬਹੁਤਾ ਛੁਪਿਆ ਹੋਇਆ ਹੈ, ਬਹੁਤੇ ਲੋਕਾਂ ਨੂੰ ਪਤਾ ਨਹੀਂ। ਤੁਸੀਂ ਇੰਡੀਆ ਗਏ, ਤੁਸੀਂ ਉੱਥੇ ਅੱਜ ਕਿਸਾਨ ਅੰਦੋਲਨ ਜਿੱਦਾਂ ਚੱਲ ਰਿਹਾ ਹੈ, ਪਰ ਤੁਸੀਂ ਬਹੁਤ ਸਾਲ ਪਹਿਲਾਂ ਜਿਹੜੇ ਗਰੀਬ ਲੋਕ ਸੀ, ਮਜ਼ਲੂਮ ਲੋਕ ਸੀ, ਬਹੁਤ ਜਿਹੜੇ ਕਿਸਾਨ, ਜਿਹੜੇ ਮਜ਼ਦੂਰ ਸੀ, ਖੇਤੀਬਾੜੀ ਦੇ ਵਿੱਚ ਜਿਹੜੇ ਮਜ਼ਦੂਰ ਸੀ, ਉਹਨਾਂ ਲਈ ਤੁਸੀਂ ਲੜਾਈ ਲੜਨੀ ਸ਼ੁਰੂ ਕੀਤੀ। ਬਿਹਾਰ 'ਚ ਗਏ, ਤੁਹਾਨੂੰ ਜੇਲ੍ਹ ਹੋ ਗਈ ਉੱਥੇ। ਤੁਸੀਂ ਕਿਹਾ ਹੈ ਆਪ ਕਿ ਮੈਨੂੰ ਉਮੀਦ ਨਹੀਂ ਸੀ ਮੈਂ ਕਦੀ ਜ਼ਿੰਦਾ ਵਾਪਸ ਕੈਨੇਡਾ ਪਰ ਸਕਾਂਗਾ। ਤੁਹਾਡੇ ਤੇ ਕੇਸ ਪਏ, ਪਤਾ ਨਹੀਂ ਕਿੰਨਾ ਤੁਸੀਂ ਤਸ਼ੱਦਦ ਵੀ ਸਹਿਆ। ਮਤਲਬ ਤੁਸੀਂ ਬਹੁਤ ਡੀਪ ਲੈਵਲ ਤੇ, ਗ੍ਰਾਸ ਰੂਟ ਲੈਵਲ ਤੇ ਜੁੜੇ ਹੋਏ ਇਨਸਾਨ ਹੋ, ਔਰ ਜਿਹੜੇ ਇੰਡੀਆ ਜਾ ਕੇ ਵੀ ਤੁਹਾਨੂੰ ਉਹਨਾਂ ਦਰਦ ਸੀ ਔਰ ਤੁਸੀਂ ਇੰਨਾ ਤਸ਼ੱਦਦ ਸਹਿ ਕੇ ਆਏ ਉੱਥੇ। ਦੇਖੋ, ਜ਼ਿੰਦਗੀ ਦੇ ਵਿੱਚ ਤੁਸੀਂ ਏਦਾਂ ਦੇ ਪੜਾਵਾਂ ਦੇ ਵਿੱਚੋਂ ਲੰਘਦੇ ਹੋ ਜਿਹੜੇ ਤੁਹਾਡੀ ਲਾਈਫ ਨੂੰ ਸ਼ੇਪ ਕਰਦੇ ਆ, ਜਿਹੜੇ ਤੁਹਾਡੀ ਲਾਈਫ ਦੀ ਇੱਕ ਦਿੱਖ ਬਣਾ ਦਿੰਦੇ ਆ। ਤੇ ਮੈਂ ਸਮਝਦਾ ਕਿ ਜਿਹੜਾ ਮੇਰਾ ਇੰਡੀਆ ਦਾ ਐਕਸਪੀਰੀਅੰਸ ਹੈ, ਉਹਦਾ ਇਨਫਲੂਐਂਸ ਮੇਰੀ ਜ਼ਿੰਦਗੀ ਦੇ ਵਿੱਚ ਇੰਨਾ ਰਿਹਾ ਕਿ ਇਹ ਨਹੀਂ ਕਿ ਮੈਨੂੰ ਇੱਕ ਤਾਂ ਮੈਂ ਉਹਦੇ ਨਾਲ ਸਟਰੋਂਗ ਇੱਦਾਂ ਬਣਿਆ ਕਿ ਤੁਸੀਂ ਦੁੱਖ ਸਹਿ ਕੇ ਹੋਰ ਤਕੜੇ ਹੁੰਦੇ ਹੋ, ਤੇ ਦੂਸਰਾ ਕਿ ਤੁਹਾਨੂੰ ਇੱਕ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਕਿੰਨੀ ਪ੍ਰੈਸ਼ੀਅਸ ਹੈਗੀ ਹੈ, ਕਿਉਂ ਅਸੀਂ ਇਹਨੂੰ ਹੋਰ ਵਧੀਆ ਬਣਾਉਣਾ ਚਾਹੀਦਾ ਕਿਉਂਕਿ ਸਾਰਿਆਂ ਵਾਸਤੇ ਵਧੀਆ ਹੋਵੇ। ਸੋ ਉਹ ਮੇਰਾ ਪ੍ਰਣ ਰਿਹਾ ਤੇ ਉਹਨੇ ਮੈਨੂੰ ਇਨਫੋਰਮ ਕੀਤਾ। ਇਸ ਕਰਕੇ ਮੈਂ ਆਪਣੇ ਵੱਲੋਂ ਮਿਹਨਤ ਕਰਦਾ ਹੁੰਦਾ ਕਿ ਆਪਣੇ ਵਧੀਆ ਢੰਗ ਦੇ ਨਾਲ ਆਪਾਂ ਜਦੋਂ ਆਪਾਂ ਅਗਲੀ ਵਾਰ ਗੱਲ ਕੀਤੀ ਤੇ ਫਿਰ ਇਹਦੇ ਬਾਰੇ ਡਿਟੇਲ 'ਚ ਗੱਲ ਆਪਾਂ ਹੋਰ ਕਰ ਸਕਦੇ ਹਾਂ। ਪਰ ਮੈਨੂੰ ਇਸ ਗੱਲ ਦਾ ਹੈ ਕਿ ਅਹਿਸਾਸ ਹੈ ਕਿ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ, ਇੱਕ ਦੂਜੇ ਦੇ ਨਾਲ ਖੜਨਾ ਦੁੱਖ ਦੀ ਘੜੀ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ। ਤੇ ਮੇਰੇ ਨਾਲ ਕਮਿਊਨਿਟੀ ਖੜੀ ਹੈ, ਮੇਰੇ ਨਾਲ ਇੰਡੀਆ ਦੇ ਲੋਕੀ ਖੜੇ ਨੇ, ਉੱਥੋਂ ਦੇ ਇਨਸਾਫ ਪਸੰਦ ਲੋਕੀ ਖੜੇ ਨੇ, ਇੱਥੋਂ ਦੇ ਇਨਸਾਫ ਪਸੰਦ ਲੋਕੀ ਖੜੇ ਨੇ, ਤੇ ਉਹਨਾਂ ਦੇ ਹੌਸਲੇ ਕਰਕੇ ਮੈਂ ਅੱਗੇ ਜੋ ਵੱਧ ਸਕਿਆ ਤੇ ਉਹਨਾਂ ਦੇ ਹੌਸਲੇ ਕਰਕੇ ਹੀ ਅੱਗੇ ਵਧਣਾ। ਜਦੋਂ ਅਗਲੀ ਵਾਰ ਗੱਲ ਹੋਈ ਤੇ ਫਿਰ ਆਪਾਂ ਹੋਰ ਡਿਟੇਲ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ। ਬਹੁਤ ਸ਼ੁਕਰੀਆ। ਦੋ ਕੁਇਕ ਕੁਐਸਚਨ ਜਾਂਦੇ ਆਪਣੇ ਲੋਕ ਬਹੁਤੇ ਫੈਡਰਲ ਪੋਲਿਟਿਕਸ ਵੱਲ ਨੂੰ ਜਾਂਦੇ ਆ, ਪ੍ਰੋਵਿੰਸ਼ੀਅਲ ਪੋਲਿਟਿਕਸ ਵੱਲ ਨੂੰ ਜਾਂਦੇ ਆ। ਤੁਸੀਂ ਇੱਕ ਸੁਨੇਹਾ ਦੇਣਾ ਚਾਹੋਗੇ ਕਿ ਮਿਊਨਿਸਪਲ ਪੋਲਿਟਿਕਸ ਵੀ ਓਨੀ ਹੀ ਜ਼ਰੂਰੀ ਹੈ, ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਲੋਕਾਂ ਲਈ ਕੰਮ ਕਰਨਾ? ਤੇ ਇੱਕ ਤਾਂ ਮੇਰਾ ਇਹ ਕੁਐਸਚਨ ਹੈ, ਇੱਕ ਛੋਟਾ ਜਿਹਾ ਕੁਐਸਚਨ ਉਸ ਤੋਂ ਬਾਅਦ ਫਿਰ ਬਸ ਜੀ। ਦੇਖੋ, ਮਿਊਨਿਸਪਲ ਲੋਕਲ ਦੀ ਪੋਲਿਟਿਕਸ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਰੋਜ਼ਮर्रा ਦੀਆਂ ਸਰਵਿਸਿਜ਼ ਅਸੀਂ ਯੂਜ਼ ਕਰਦੇ ਹਾਂ, ਪਬਲਿਕ ਟਰਾਂਜ਼ਿਟ, ਫਾਇਰ, ਪੁਲਿਸ, ਐਂਬੂਲੈਂਸ, ਕਮਿਊਨਿਟੀ ਸਰਵਿਸਿਜ਼, ਰੈਕ ਸੈਂਟਰ, ਸਨੋ ਰਿਮੂਵਲ, ਗਾਰਬੇਜ ਕਲੈਕਸ਼ਨ, ਇਹ ਸਾਰੀਆਂ ਲੋਕਲ ਮਿਊਨਿਸਪੈਲਿਟੀ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਅਗਰ ਇਹ ਵਧੀਆ ਢੰਗ ਦੇ ਨਾਲ ਪ੍ਰੋਵਾਈਡ ਨਾ ਕੀਤੀਆਂ ਜਾ ਸਕਣ ਤਾਂ ਸਾਡੀ ਸਿਟੀ ਵਧੀਆ ਨਹੀਂ ਹੋ ਸਕਦੀ। ਇਸ ਕਰਕੇ ਵਧੀਆ ਲੀਡਰਸ਼ਿਪ ਦਾ ਲੋਕਲ ਲੈਵਲ ਤੇ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਔਰ ਲਾਸਟ ਥਿੰਗ ਜੀ, ਕੋਈ ਖਾਸ ਤੁਹਾਡੇ ਮਨ ਦੇ ਵਿੱਚ ਐਡਮਿੰਟਨ ਲਈ ਉਹ ਤੁਸੀਂ ਕਰਨਾ ਚਾਹੋਗੇ, ਤੁਸੀਂ ਪ੍ਰਾਇੋਰਟਾਈਜ਼ ਕੀਤਾ ਹੋਏਗਾ? ਦੇਖੋ ਜੀ, ਸਾਡੀ ਇਕਨੋਮਿਕ ਹਾਲਤ ਬਹੁਤ ਜ਼ਰੂਰੀ ਹੈ ਕਿ ਵਧੀਆ ਹੋਵੇ। ਸੋ ਇਕਨੋਮੀ ਨੂੰ ਵਧੀਆ ਬਣਾਉਣਾ, ਜੌਬਸ ਕ੍ਰੀਏਟ ਕਰਨਾ, ਬਿਜ਼ਨਸ ਸਾਡੇ ਸ਼ਹਿਰ ਦੇ ਵਿੱਚ ਗਰੋ ਕਰ ਸਕਣ, ਸਾਰੇ ਪ੍ਰੋਸਪਰ ਹੋ ਸਕੀਏ ਤੇ ਸਾਡੇ ਕੋਲ ਮੌਕੇ ਹੋਣ ਗਰੋ ਕਰਨ ਦੇ। ਇਹ ਆਪਣੀ ਪ੍ਰਾਇੋਰਟੀ ਹੈ ਤੇ ਇਹਦੇ ਕੰਮ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ। ਇੱਕ ਵਾਰ ਫਿਰ ਤੁਹਾਨੂੰ, ਤੁਹਾਡੀ ਟੀਮ ਨੂੰ, ਸਭ ਨੂੰ ਮੁਬਾਰਕਾਂ, ਪਰਿਵਾਰ ਨੂੰ ਮੁਬਾਰਕਾਂ। ਥੈਂਕ ਯੂ ਸਰ। ਇਹ ਸਨ ਜੀ ਅਮਰਜੀਤ ਸਿੰਘ ਸੋਹੀ, ਜਿਹੜੇ ਇਸ ਮੁਲਕ 'ਚ ਆਏ ਜਦੋਂ 18 ਸਾਲ ਦੇ ਸੀ। ਇਹਨਾਂ ਦੇ ਬ੍ਰਦਰ ਨੇ ਇਹਨਾਂ ਨੂੰ ਸਪਾਂਸਰ ਕੀਤਾ ਸੀ ਔਰ ਅੰਗਰੇਜ਼ੀ ਬਿਲਕੁਲ ਨਹੀਂ ਸੀ ਆਉਂਦੀ। ਲਾਇਬ੍ਰੇਰੀਆਂ 'ਚ ਗਏ, ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ, ਸਿੱਖਣੀ ਸ਼ੁਰੂ ਕੀਤੀ, ਫਿਰ ਟੈਕਸੀ ਚਲਾਈ, ਫਿਰ ਉਸ ਤੋਂ ਬਾਅਦ ਹੌਲੀ ਸਿਟੀ 'ਚ ਜੌਬ ਮਿਲੀ, ਇੱਕ ਟਰਾਂਜ਼ਿਟ ਡਰਾਈਵਰ ਵਜੋਂ ਕੰਮ ਕੀਤਾ,
ਫਿਰ ਉਸੇ ਹੀ ਸਿਟੀ ਦੇ ਵਿੱਚ ਕਾਉਂਸਲਰ ਚੁਣੇ ਗਏ। ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰੀ ਕਾਉਂਸਲਰ ਬਣੇ। ਫਿਰ ਉਹ ਵੀ ਸਮਾਂ ਆਇਆ ਜਦੋਂ ਇਹ ਇਲੈਕਟ ਹੋਏ ਮੈਂਬਰ ਪਾਰਲੀਮੈਂਟ ਵਜੋਂ। ਫਿਰ ਮਿਨਿਸਟਰ ਬਣੇ, ਉਹ ਵੀ ਫਿਰ ਇਨਫਰਾਸਟ੍ਰਕਚਰ ਦੇ। ਸਭ ਤੋਂ ਵੱਡੀ ਜਿਹੜੀ ਮਿਨਿਸਟਰੀਆਂ ਮੰਨੀਆਂ ਜਾਂਦੀਆਂ ਉਹਨਾਂ 'ਚ ਇੱਕ ਹੈ ਇਨਫਰਾਸਟ੍ਰਕਚਰ। ਫਿਰ ਜਦੋਂ ਹਾਰ ਗਏ ਪਿਛਲੀ ਵਾਰੀ ਚੋਣ ਬੜੇ ਟਫ ਮੁਕਾਬਲੇ ਵਿੱਚ, ਤੇ ਵਾਪਸ ਸਿਟੀ 'ਚ ਗਏ ਤੇ ਹੁਣ ਉੱਥੋਂ ਦੇ ਮੇਅਰ ਬਣੇ ਆ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ। ਜੁੜੇ